ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਵਰਿੰਦਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ। ਅੱਜ ਫਿਰ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਪੇਸ਼ ਹੋਏ ਹਾਂ। ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹਰ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਰਦਾਰ MP ਸਿੰਘ ਜੀ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਉਹਨਾਂ ਮੁੱਦਿਆਂ ਤੇ ਚਰਚਾ ਕਰਾਂਗੇ ਜਿਹੜੇ ਕਰੰਟਲੀ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਵਾਪਰੇ ਨੇ। ਤੇ ਆਓ ਆਪਾਂ MP ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਤੇ ਜੀ ਆਇਆਂ ਕਰਦੇ ਹਾਂ ਸਟੂਡੀਓ ਦੇ ਵਿੱਚ। ਤੁਹਾਡਾ ਬਹੁਤ ਬਹੁਤ ਜੀ ਆਇਆਂ। ਮਿਹਰਬਾਨੀ ਭਿੰਡਰ ਸਾਹਿਬ, ਥੈਂਕ ਯੂ। ਪਿਛਲੇ ਕੁਝ ਘੰਟਿਆਂ ਦੌਰਾਨ ਦਿੱਲੀ ਤੋਂ ਕਿਸਾਨ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜੀ। ਆਉਣ ਵਾਲੇ 15 ਦਿਨਾਂ ਦੀ ਰੂਪਰੇਖਾ ਤਿਆਰ ਕਰ ਦਿੱਤੀ ਗਈ ਹੈ। ਉਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਬਰੀਫਲੀ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕੀ ਉਹ ਮਾਮਲਾ ਸੀਗਾ ਤੇ ਕੀ ਉਹਨਾਂ ਨੇ ਅਨਾਉਂਸ ਕੀਤਾ, ਫਿਰ ਆਪਾਂ ਸਟੈਪ ਬਾਏ ਸਟੈਪ ਉਹਦੇ ਤੇ ਚਰਚਾ ਕਰਾਂਗੇ। ਭਿੰਡਰ ਸਾਹਿਬ, 26 ਜਨਵਰੀ ਦੀ ਲਾਲ ਕਿਲੇ ਵਾਲੀ ਘਟਨਾ ਨੇ ਅੰਦੋਲਨ ਦਾ ਬਿਸਤਰਾ ਗੋਲ ਕਰ ਦਿੱਤਾ। ਹਾਂਜੀ, ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਜੀ। ਬੇਸ਼ੱਕ ਅੰਦੋਲਨਕਾਰੀ ਕਿਸਾਨ ਦੁਬਾਰਾ ਜੁਰਤ ਵਿੱਚ ਆ ਗਏ, ਹਾਂਜੀ, ਪਰ ਇੱਕ ਵਾਰੀ ਬੁਰੀ ਤਰ੍ਹਾਂ ਹਿੱਲ ਵੀ ਗਏ। ਅਜੇ ਤੱਕ ਪੱਕੇ ਪੈਰੀ ਨਹੀਂ ਹੋ ਸਕੇ। ਬਿਲਕੁਲ। ਪਰ ਜਿਹੜੀ ਕਿਸਾਨਾਂ ਦੀ ਮੀਟਿੰਗ ਕੱਲ ਹੋਈ ਔਰ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕੀਤਾ, ਉਹ ਤੁਸੀਂ ਲਾਈਵ ਵੀ ਕੀਤੀ ਹੈਗੀ ਹੈ ਆਪਣੇ ਚੈਨਲ ਤੋਂ। ਉਹਦੇ ਵਿੱਚ ਰਾਜੇਵਾਲ ਸਾਹਿਬ ਨੇ ਔਰ ਜੋਗਿੰਦਰ ਯਾਦਵ ਤੇ ਕੁਝ ਹੋਰ ਕਿਸਾਨ ਆਗੂਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਬੜਾ ਧਿਆਨ ਮੰਗਦੀਆਂ। ਰਾਜੇਵਾਲ ਸਾਹਿਬ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਅਸੀਂ ਅੰਦੋਲਨ ਨੂੰ ਜਿੱਤਣ ਵੱਲ ਵੱਧ ਰਹੇ ਹਾਂ। ਹਾਂਜੀ, ਕਿੰਨਾ ਕੁ ਵੱਧ ਰਹੇ ਆ ਮੈਂ ਉਸ ਗੱਲ ਤੇ ਨਹੀਂ ਜ਼ੋਰ ਦੇਣਾ ਚਾਹੁੰਦਾ, ਪਰ ਉਹਨਾਂ ਨੇ ਜਿਸ ਉਮੀਦ ਕੀਤੀ ਹੈ ਜਿਸ ਢੰਗ ਨਾਲ ਕਿ ਅਸੀਂ ਬਹੁਤ ਛੇਤੀ ਅੰਦੋਲਨ ਨੂੰ ਜਿੱਤ ਲੈਣਾ, ਬਸ ਦਿਨਾਂ ਦੀ ਗੱਲ ਹੈ। ਹਾਂਜੀ, ਸ਼ਾਇਦ ਇਹ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹੌਸਲਾ ਦੇਣ ਵਾਲੀ ਗੱਲ ਹੋ ਸਕਦੀ ਹੈ। ਬਿਲਕੁਲ, ਠੀਕ ਹੈ ਜੀ। ਜਿਹੜਾ 26 ਤਰੀਕ ਦਾ ਟਰੈਕਟਰ ਪਰੇਡ ਦਾ ਪ੍ਰੋਗਰਾਮ ਸੀ, ਜੇ ਉਹ ਸਿਸਟੇਮੈਟਿਕਲੀ ਜਿਵੇਂ ਉਲੀਕਿਆ ਗਿਆ ਸੀ ਉਸ ਤਰੀਕੇ ਨਾਲ ਹੁੰਦਾ ਤੇ ਅੱਜ ਸਰਕਾਰ ਸੱਚਮੁੱਚ ਝੁਕ ਚੁੱਕੀ ਹੁੰਦੀ ਔਰ ਜਿਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਔਰ MSP ਦਾ ਕਾਨੂੰਨ ਬਣਾਉਣ ਦੇ ਲਈ ਕਿਸਾਨਾਂ ਨੇ ਅੰਦੋਲਨ ਵਿੱਢਿਆ ਸੀ, ਉਹ ਬੜੀ ਸ਼ਾਨੋ ਸ਼ੌਕਤ ਨਾਲ ਜਿੱਤ ਰਿਹਾ ਹੁੰਦਾ ਜੀ। ਅੰਦੋਲਨ ਦੀ ਰੂਪਰੇਖਾ ਹੀ ਕੁਝ ਹੋਰ ਦੇਖਣ ਨੂੰ ਮਿਲ ਰਹੀ ਸੀ। ਬਿਲਕੁਲ, ਰੂਪਰੇਖਾ ਬਦਲ ਗਈ ਔਰ ਜਿਨ੍ਹਾਂ ਲੋਕਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਪਤਾ ਨਹੀਂ ਪਛਤਾਵਾ ਇਸ ਗੱਲ ਦਾ ਹੈਗਾ ਕਿ ਨਹੀਂ ਹੈਗਾ, ਪਰ ਨੰਗੇ ਜ਼ਰੂਰ ਹੋ ਗਏ ਕਿ ਉਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਟੂਲ ਬਣ ਕੇ ਇਸ ਅੰਦੋਲਨ ਦੀ ਪਿੱਠ ਵਿੱਚ ਛੁਰਾ ਮਾਰਿਆ। ਹੁਣ ਜਿਹੜੀ ਗੱਲ ਰਾਜੇਵਾਲ ਸਾਹਿਬ ਨੇ ਔਰ ਜੋਗਿੰਦਰ ਯਾਦਵ ਨੇ ਜ਼ੋਰ ਦੇ ਕੇ ਕਹੀ ਆ, ਉਹ ਉਹਨਾਂ ਦੇ ਉੱਤੇ ਇਸ ਕਿਸਮ ਦਾ ਪ੍ਰੈਸ਼ਰ ਵੀ ਸੀਗਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿ ਕੋਈ ਤਕੜਾ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਜਾਵੇ ਜਿਹਦੇ ਨਾਲ ਸਰਕਾਰ ਨੂੰ ਕੋਈ ਝਟਕਾ ਵੀ ਲੱਗੇ। ਹੁਣ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਵੈਸੇ ਤਾਂ ਗੱਲਾਂ ਕੀਤੀਆਂ। ਇੱਕ ਸਭ ਤੋਂ ਪਹਿਲਾਂ ਤਾਂ ਕੀਤਾ ਹੈਗਾ ਕਿ ਆਉਣ ਵਾਲੀ 5 ਤਰੀਕ ਨੂੰ, ਅੱਜ ਇੱਥੇ ਕੈਨੇਡਾ ਵਿੱਚ 2 ਤਰੀਕ ਦੀ ਸ਼ਾਮ ਹੈ ਔਰ ਇੰਡੀਆ 'ਚ 3 ਤਰੀਕ ਦੀ ਤੜਕਸਾਰ ਹੈ। 5 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ KMP ਹੈ, ਜਿੱਥੇ ਪਹਿਲਾਂ ਟਰੈਕਟਰ ਪਰੇਡ ਕੀਤੀ ਗਈ ਸੀ 6 ਤਰੀਕ ਨੂੰ, ਹਾਂਜੀ, ਜਿੱਥੇ ਪਹਿਲਾਂ 6 ਤਰੀਕ ਨੂੰ ਜਿੱਥੇ ਪਹਿਲਾਂ ਟਰੈਕਟਰ ਪਰੇਡ ਕੀਤੀ ਗਈ ਸੀ, ਉਸੇ KMP ਨੂੰ ਜਾਮ ਕਰਤਾ ਜਾਊ, ਹਾਂਜੀ, ਬਲੌਕ ਕਰਤਾ ਜਾਊ ਕਿਸਾਨਾਂ ਵੱਲੋਂ। ਥਾਂ ਥਾਂ ਤੇ ਜਿਹੜੇ ਆ ਬੈਰੀਅਰ, ਕਿਸਾਨਾਂ ਦੇ ਆਪਦੇ ਬੈਰੀਅਰ। ਬਿਲਕੁਲ, ਬੈਰੀਅਰ ਦਾ ਮਤਲਬ ਇਹ ਨਹੀਂ ਕਿ ਪੁਲਿਸ ਸਟਾਈਲ ਬੈਰੀਅਰ, ਯਾਨੀ ਰੋਕਾਂ ਲਾਈਆਂ ਜਾਣਗੀਆਂ, ਰੋਕਿਆ ਜਾਊ, ਟ੍ਰੈਫਿਕ ਰੋਕਿਆ ਜਾਊਗਾ। ਔਰ ਜੇ ਉਹਨਾਂ ਨੇ ਇਹ ਵੀ ਕਿਹਾ 4-5 ਘੰਟੇ ਵਾਸਤੇ, 11 ਵਜੇ ਤੋਂ ਲੈ ਕੇ 4 ਵਜੇ ਤੱਕ, ਜਿਸ ਤਰੀਕੇ ਨਾਲ ਉਹਨਾਂ ਨੇ ਪਲਾਨ ਕੀਤਾ ਹੈਗਾ, ਜੇ ਉਹ ਹੁੰਦਾ ਤੇ ਜ਼ਰੂਰ ਇਹਦਾ ਅਸਰ ਪਏਗਾ। ਉਸੇ ਦਿਨ ਹੀ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਉਸ ਦਿਨ 6 ਤਰੀਕ ਨੂੰ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋ ਜਾਣਗੇ। ਹਾਂਜੀ, ਬਿਲਕੁਲ। 100ਵੇਂ ਦਿਨ ਦੇ ਮੌਕੇ ਤੇ ਅਸੀਂ ਇਸ ਗੱਲ ਦਾ ਰੋਸ ਪ੍ਰਗਟ ਕਰਾਂਗੇ ਕਿ ਕਿਸਾਨੀ ਅੰਦੋਲਨ ਨੂੰ ਕਿਵੇਂ ਦਬਾਇਆ ਜਾ ਰਿਹਾ, ਕਿਵੇਂ ਉਹਨੂੰ ਖਦੇੜਿਆ ਜਾ ਰਿਹਾ, ਸਰਕਾਰ ਦੇ ਵੱਲੋਂ ਕਿਵੇਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਇਸ ਅੰਦੋਲਨ ਨੂੰ ਖਤਮ ਕਰਤਾ ਜਾਵੇ, ਇਸ ਅੰਦੋਲਨ ਨੂੰ ਦਬਾ ਦਿੱਤਾ ਜਾਵੇ, ਇਸ ਅੰਦੋਲਨ ਨੂੰ ਖਦੇੜ ਦਿੱਤਾ ਜਾਵੇ। ਅਸੀਂ ਇਸ ਗੱਲ ਦਾ ਰੋਸ ਪ੍ਰਗਟ ਕਰਾਂਗੇ। ਉਹਨਾਂ ਨੇ ਕਿਹਾ ਜੀ ਕਾਲੇ ਝੰਡੇ ਅਸੀਂ ਲਾਵਾਂਗੇ, ਰੋਸ ਜਿੱਥੇ ਜਿੱਥੇ ਵੀ ਹੋਊਗਾ, ਬਾਕੀ ਥਾਵਾਂ ਤੇ ਵੀ ਹੋਣਾ,
ਮੋਰਚਿਆਂ ਤੇ ਵੀ ਹੋਣਾ, KMP ਤੇ ਵੀ ਹੋਣਾ, ਉੱਥੇ ਸਾਰੇ ਥਾਂ ਤੇ ਕਾਲੇ ਝੰਡੇ ਹੋਣਗੇ। ਘਰਾਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਘਰਾਂ ਦੇ ਵਿੱਚ ਕਾਲੇ ਝੰਡੇ ਜਿਹੜੇ ਆ ਆਪਦੇ ਛੱਤਾਂ ਤੇ ਲਾਓ, ਜਿੱਥੇ ਤੁਸੀਂ ਕੰਮ ਤੇ ਜਾਂਦੇ ਹੋ ਉੱਥੇ ਕਾਲੀਆਂ ਪੱਟੀਆਂ ਲਾਵੋ। ਇਸ ਤਰੀਕੇ ਨਾਲ ਇੱਕ ਰੋਸ ਜ਼ਾਹਰ ਕਰਨ ਦਾ ਤਰੀਕਾ। ਪਰ ਜਿਹੜਾ ਸਭ ਤੋਂ ਵੱਧ ਅਸਰ ਹੋਣਾ ਉਹ ਹੋਣਾ ਜਿਹੜਾ KMP ਨੂੰ ਬਲੌਕ ਕਰ ਦੇਣਾ। ਹਾਂਜੀ ਬਿਲਕੁਲ। ਇਹ ਇੱਕ ਗੱਲ ਤਾਂ ਉਹਨਾਂ ਨੇ ਇਹ ਕਹੀ ਹੈ ਜ਼ੋਰ ਦੇ ਕੇ। ਹਾਂਜੀ। ਉਸ ਤੋਂ ਬਾਅਦ ਉਹਨਾਂ ਨੇ 8 ਤਰੀਕ ਨੂੰ ਇੰਟਰਨੈਸ਼ਨਲ ਵੂਮਨ ਡੇ ਮਨਾਉਣ ਦੀ ਗੱਲ ਕੀਤੀ ਹੈ। ਔਰ ਇਹ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਜੀ ਔਰਤਾਂ ਨੂੰ ਸਨਮਾਨ ਦੇਣ ਦੀ ਖਾਤਰ। ਇੰਡੀਆ ਵਿੱਚ ਬੇਸ਼ੱਕ ਉਸ ਤਰੀਕੇ ਦੀ ਹਾਲਤ ਨਹੀਂ ਹੈ, ਪਰ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਬੜਾ ਵੱਡਾ ਉੱਚਾ ਸਥਾਨ ਰੁਤਬਾ ਮਿਲਿਆ ਹੋਇਆ। ਉਹ ਵੱਖਰੀ ਗੱਲ ਹੈ ਕਿ ਅਸੀਂ ਵੀ ਉਸ ਵਧੀਆ ਤਰੀਕੇ ਦੇ ਨਾਲ ਅਸੀਂ ਉਹ ਮਾਨ ਸਨਮਾਨ ਨਹੀਂ ਦਿੰਦੇ, ਪਰ ਕਿਸਾਨਾਂ ਨੇ ਕਿਹਾ ਕਿ ਉਸ ਦਿਨ 8 ਤਰੀਕ ਨੂੰ 8 ਮਾਰਚ ਨੂੰ ਪੂਰਾ ਦਿਨ ਜਿਹੜੀਆਂ ਵੀ ਸਟੇਜਾਂ ਲੱਗਣਗੀਆਂ ਉਹਦਾ ਸੰਚਾਲਨ ਔਰਤਾਂ ਕਰਨਗੀਆਂ। ਉਹਦੇ ਸਟੇਜਾਂ ਤੋਂ ਔਰਤਾਂ ਦੇ ਹੱਕੀ ਮੰਗਾਂ, ਉਹਨਾਂ ਦੇ ਹੱਕਾਂ ਦੀ ਗੱਲ, ਉਹਨਾਂ ਦੇ ਬੁਨਿਆਦੀ ਅਧਿਕਾਰਾਂ ਦੀ ਗੱਲ ਜਿਹੜੀ ਆ ਉਹ ਕੀਤੀ ਜਾਊਗੀ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਦੱਖਣ ਵਾਲੀ ਸਾਈਡ ਦੇ ਜਿਹੜੇ ਏਰੀਏ ਹੈਗੇ ਆ ਉੱਥੋਂ ਲਈ ਵੀ ਕੋਈ ਨਵੇਂ ਵੱਡੇ ਐਲਾਨ ਕੀਤੇ ਆ, ਉਹ ਸਾਡੇ ਦਰਸ਼ਕਾਂ ਨੂੰ ਵੀ ਥੋੜਾ ਦੱਸ ਦਿਓ। ਇੱਕ ਉਹਨਾਂ ਨੇ ਕਿਹਾ ਜੀ ਕਿ ਸਭ ਤੋਂ ਪਹਿਲੀ ਗੱਲ ਤਾਂ ਮੈਂ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਉਹ ਹੈ ਕਿ 5 ਰਾਜਾਂ ਵਿੱਚ ਚੋਣਾਂ ਹੋ ਰਹੀਆਂ। ਹਾਂਜੀ ਬਿਲਕੁਲ। 5 ਰਾਜਾਂ ਵਿੱਚੋਂ ਸਭ ਤੋਂ ਉਹਨਾਂ ਨੇ ਕਿਹਾ ਕਿ ਕਿਸਾਨ ਉੱਥੇ ਜਾਣਗੇ, 5 ਰਾਜਾਂ ਵਿੱਚ ਜਾਣਗੇ ਔਰ ਉੱਥੋਂ ਦੇ ਕਿਸਾਨਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਕਹਿਣਗੇ ਕਿ ਰਾਜ ਕਰਦੀ ਪਾਰਟੀ ਯਾਨੀ BJP ਨੂੰ ਵੋਟਾਂ ਨਾ ਪਾਓ। ਬਿਲਕੁਲ। ਉਹਨਾਂ ਨੇ ਇੱਕ ਗੱਲ ਸਾਫ਼ ਕਹਿਤੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਉਹਨੂੰ ਨਾ ਵੋਟਾਂ ਪਾਓ ਤੇ ਇਹਨੂੰ ਪਾ ਦਿਓ। ਉਹ ਕਹਿੰਦੇ ਜਿਹਨੂੰ ਮਰਜ਼ੀ ਪਾਓ ਪਰ BJP ਨੂੰ ਨਾ ਪਾਓ। ਇਹ ਗੱਲ ਜਿਹੜੀ ਬੜਾ ਵੱਡਾ ਅਸਰ ਪਾ ਸਕਦੀ ਹੈ। ਇਹਦੀ ਸ਼ੁਰੂਆਤ ਉਹਨਾਂ ਨੇ ਕਰਨੀ ਬੰਗਾਲ ਤੋਂ। ਬੰਗਾਲ ਵਿੱਚ ਜਾ ਕੇ ਸੰਯੁਕਤ ਕਿਸਾਨ ਜਿਹੜਾ ਮੋਰਚਾ ਉਹਦਾ ਸੁਨੇਹਾ ਦੇਣ ਵਾਸਤੇ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਲੱਗੀ ਹੈ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਜ਼ਿੰਮੇਵਾਰੀ ਲਾਈ ਹੈ। ਉਹ ਤੇ ਉਹਨਾਂ ਦੇ ਸਾਥੀ ਜਿਹੜੇ ਵੱਡੀ ਗਿਣਤੀ 'ਚ ਉੱਥੇ ਜਾਣਗੇ। 12 ਤਰੀਕ ਨੂੰ ਸ਼ਾਇਦ ਉੱਥੇ ਕਲਕੱਤੇ ਇੱਕ ਬਹੁਤ ਵੱਡੀ ਰੈਲੀ ਹੋ ਰਹੀ ਹੈ। ਮਹਾਪੰਚਾਇਤ ਕਹਿ ਲਓ ਜਾਂ ਰੈਲੀ ਹੋ ਰਹੀ ਹੈ, ਕਿਉਂਕਿ ਰੈਲੀ ਕਹਿ ਸਕਦੇ ਨਾ ਜੀ ਇਹਨਾਂ ਦਿਨਾਂ ਵਿੱਚ ਵੋਟਾਂ ਦੇ ਦਿਨਾਂ ਦੇ। ਠੀਕ ਹੈ ਜੀ। ਇਸ ਤਰੀਕੇ ਨਾਲ ਜਿਹੜੀ ਉੱਥੇ ਉਹ ਸ਼ੁਰੂਆਤ ਕੀਤੀ ਜਾਣੀ, ਬਾਕੀ ਸੂਬਿਆਂ ਵਿੱਚ ਵੀ ਜਾਣਾ। ਬਿਲਕੁਲ। ਇੱਕ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਸੂਬਿਆਂ 'ਚ ਜਿੱਥੇ ਹੁਣ ਪੰਜਾਬ ਵਿੱਚ ਗਰਮੀ ਪੈਣੀ ਸ਼ੁਰੂ ਹੋ ਗਈ, ਆਉਣ ਵਾਲੇ ਕੁਝ ਦਿਨਾਂ 'ਚ ਵਾਢੀ ਹੋਣੀ ਸ਼ੁਰੂ ਹੋ ਜਾਣੀ। ਹੁਣ ਉਹ ਵਾਢੀ ਵਾਲਾ ਦਿਨ 13 ਅਪ੍ਰੈਲ ਵਿਸਾਖੀ ਨਹੀਂ ਹੋਣੀ। ਜਿੰਨੀ ਛੇਤੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਆ, ਜਿੰਨੀ ਛੇਤੀ ਜਿਹੜੀਆਂ ਕਣਕਾਂ ਸੁਨਹਿਰੀ ਹੋਣ ਲੱਗ ਪੈਂਦੀਆਂ, ਜਦੋਂ ਕਣਕ ਪੱਕ ਜਾਂਦੀ ਆ ਤੇ ਫਿਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਆ ਕਿ ਮੌਸਮ ਖਰਾਬ ਹੋਣ ਤੋਂ ਪਹਿਲਾਂ ਘਰ ਪਹੁੰਚ ਜਾਵੇ ਜਾਂ ਮੰਡੀ 'ਚ ਪਹੁੰਚ ਜਾਵੇ। ਪਰ ਇਸ ਵਾਰੀ ਗਰਮੀ ਜਿਹੜੀ ਥੋੜੀ ਜਿਹੀ ਅਗੇਤੀ ਪੈ ਗਈ ਹੈ ਤੇ ਉਮੀਦ ਹੈ ਕਿ ਵਾਢੀ ਛੇਤੀ ਹੋ ਜਾਊਗੀ। ਪਰ ਇਸ ਤੋਂ ਪਹਿਲਾਂ ਬਾਕੀ ਸੂਬਿਆਂ 'ਚ, ਦੱਖਣ ਵਾਲੇ ਸੂਬਿਆਂ ਦੇ ਵਿੱਚ ਵਾਢੀ ਹੋਣੀ ਸ਼ੁਰੂ ਹੋ ਗਈ ਹੈ। ਉੱਥੇ ਫਸਲਾਂ ਹੋਰ ਹੁੰਦੀਆਂ। ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਆਂਧਰਾ ਪ੍ਰਦੇਸ਼ ਦੀ ਗੱਲ, ਮੱਧ ਪ੍ਰਦੇਸ਼, ਆਂਧਰਾ, ਕਰਨਾਟਕ, ਉਹਨਾਂ ਥਾਵਾਂ ਤੇ ਕਣਕ ਨਹੀਂ ਹੁੰਦੀ ਜਾਂ ਘੱਟ ਹੁੰਦੀ ਹੈ। ਹੋਰ ਫਸਲਾਂ ਬਹੁਤ ਜ਼ਿਆਦਾ ਹੁੰਦੀਆਂ। ਮੂੰਗਫਲੀ ਹੋ ਗਈ, ਰਾਗੀ ਹੋ ਗਈ, ਛੋਲੇ ਹੁੰਦੇ। ਹਾਂਜੀ। ਇਹ ਇਸ ਤਰੀਕੇ ਨਾਲ ਜਿਹੜੀ ਉਹ ਫਸਲਾਂ ਹੁੰਦੀਆਂ ਉਹ ਪੱਕ ਗਈਆਂ। ਔਰ ਕਰਨਾਟਕ ਵਿੱਚ ਤਾਂ ਅੱਧੋਂ ਵੱਧ ਫਸਲਾਂ ਜਿਹੜੀਆਂ ਮੰਡੀ 'ਚ ਪਹੁੰਚ ਚੁੱਕੀਆਂ। ਹਾਂਜੀ। ਠੀਕ ਹੈ। ਤੁਸੀਂ ਦੇਖਿਆ ਹੋਊਗਾ MP ਸਿੰਘ ਜੀ, ਆਪਾਂ ਜਦੋਂ ਉੱਥੇ ਦੇਖਦੇ ਸੀਗੇ ਕਿ ਵਾਢੀ ਤੋਂ 2 ਮਹੀਨੇ ਪਹਿਲਾਂ ਲੋਕ ਕੰਬਾਈਨਾਂ ਨੂੰ ਗਰੀਸ ਦੇ ਕੇ ਤੇ ਇੱਧਰ ਦੱਖਣ ਵੱਲ ਨੂੰ ਖਿੱਚਦੇ ਪਹਿਲਾਂ ਉੱਧਰ ਜਾਂਦੇ ਸੀ ਉਧਰੋਂ ਮੁਕੰਮਲ ਕਰਕੇ ਕੰਮ ਆਪਣਾ ਸਮਾਪਤ ਕਰਕੇ ਫੇਰ ਵਾਪਸ ਆਉਂਦੇ। ਮਾਰਚ ਐਂਡ ਦੇ ਵਿੱਚ ਫਿਰ ਇੱਧਰ ਨੂੰ ਆਉਣਾ ਸ਼ੁਰੂ ਹੋ ਜਾਂਦੇ ਕਿਉਂਕਿ ਅਪ੍ਰੈਲ ਦੇ ਵਿੱਚ। ਹਾਂਜੀ ਬਿਲਕੁਲ। ਇਸ ਤਰੀਕੇ ਦਾ ਜਿਹੜਾ ਜਿੱਥੇ ਵਾਢੀ ਪਹਿਲਾਂ ਹੁੰਦੀ ਆ ਉੱਥੇ ਜਾ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਸਾਡੇ ਕਿਸਾਨ ਮੰਡੀਆਂ ਵਿੱਚ ਜਾ ਕੇ ਕਹਿਣਗੇ ਸਰਕਾਰ ਨੂੰ ਕਿ ਜਿਹੜੀ ਤੁਸੀਂ MSP ਕਹਿੰਦੇ ਆ ਜੀ ਲਾਗੂ ਸੀ, ਲਾਗੂ ਹੈ, ਲਾਗੂ ਰਹੇਗੀ, ਉਹ ਦਿਓ ਸਾਨੂੰ। ਠੀਕ ਹੈ। ਅੱਜ ਦੀ ਤਰੀਕ ਦੇ ਵਿੱਚ ਵੀ ਉੱਥੇ ਫਸਲਾਂ ਦੇ ਭਾਅ ਪੂਰੇ ਨਹੀਂ ਮਿਲਦੇ ਪਏ। ਹਾਂਜੀ। ਠੀਕ ਹੈ ਜੀ। 1800 ਦੀ ਫਸਲ ਮੱਕੀ ਦਾ ਰੇਟ ਆ ਤੇ 1000 ਰੁਪਏ 1000 ਰੁਪਏ ਕੁਇੰਟਲ ਵਿਕ ਰਹੀ ਹੈ। ਸੋ ਮਤਲਬ ਇਸ ਤਰੀਕੇ ਨਾਲ ਜਿੱਦਾਂ ਉਹ ਰੇਟ ਘੱਟ ਮਿਲ ਰਿਹਾ ਤੇ ਕਿਸਾਨਾਂ ਦੀ ਮੰਗ ਵੀ ਤੇ ਇਹੀ ਹੈ ਨਾ ਕਿ ਜੇ ਤੁਸੀਂ ਪਹਿਲੀ ਗੱਲ ਤਾਂ MSP ਜਿਹੜੀ ਹੈਗੀ ਆ ਉਹ ਡਿਕਲੇਅਰ ਕਰੋ, ਘੱਟੋ ਘੱਟ ਰੇਟ ਕੀ ਹੋਊਗਾ, ਸਪੋਰਟ ਪ੍ਰਾਈਸ ਕੀ ਹੋਊਗਾ, ਔਰ ਉਸ ਤੋਂ ਬਾਅਦ ਉਹ ਇਨਸ਼ੋਰ ਕਰੋ ਕਿ ਉਹ ਯਕੀਨੀ ਬਣਾਓ ਕਿ ਸਾਨੂੰ ਮਿਲੇ ਵੀ। ਉਹ ਕਹਿੰਦੇ ਜੀ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ MSP ਹੈਗੀ ਸੀ ਪਹਿਲਾਂ, ਇਹ 'ਚ ਕੋਈ ਅਦਲਾ ਬਦਲੀ ਨਹੀਂ ਕੀਤੀ ਗਈ, ਕੋਈ ਤਬਦੀਲੀ ਨਹੀਂ ਕੀਤੀ ਗਈ, ਰਹੇਗੀ, ਆਉਣ ਵਾਲੇ ਦਿਨਾਂ ਵਿੱਚ ਰਹੇਗੀ, ਤੇ ਫਿਰ ਮਿਲਦੀ ਕਿਉਂ ਨਹੀਂ? ਠੀਕ ਹੈ ਜੀ। ਇਹ ਇੱਕ ਮਤਲਬ ਸਰਕਾਰ ਵਾਸਤੇ ਚੁਣੌਤੀ
ਪੈਦਾ ਕਰਨ ਵਾਲੀ ਗੱਲ ਹੈ। ਜਿਹੜੀ ਸ਼ੁਰੂਆਤ ਸੰਯੁਕਤ ਕਿਸਾਨ ਮੋਰਚੇ ਨੇ ਕਹਿ ਦਿੱਤਾ ਕਰਾਂਗੇ, ਔਰ ਉਹਦੇ ਵਾਸਤੇ ਡੇਟ ਫਿਕਸ ਕਰਤੀ ਗਈ ਹੈ 11 ਜਾਂ 12 ਮਾਰਚ ਕਰਨਾਟਕਾ ਤੋਂ ਇਹ ਸ਼ੁਰੂ ਹੋਣੀ ਹੈ ਤੇ ਬਾਕੀ ਸੂਬਿਆਂ 'ਚ ਵੀ ਇਸ ਤਰੀਕੇ ਨਾਲ ਕਿਸਾਨ ਉੱਥੇ ਜਾਣਗੇ। ਬਿਲਕੁਲ ਜੀ, ਬਿਲਕੁਲ। ਇੱਕ ਹੋਰ ਉਹਨਾਂ ਨੇ ਐਲਾਨ ਕੀਤਾ ਕਿ 10 ਟ੍ਰੇਡ ਯੂਨੀਅਨ ਇਕੱਠੀਆਂ ਹੋ ਕੇ ਉਹਨਾਂ ਨੇ 15 ਮਾਰਚ ਆ ਜਿਹੜੀ ਉਹਨਾਂ ਨੇ ਰੱਖੀ ਹੈ ਪ੍ਰੋਟੈਸਟ ਕਰਨ ਦੀ, ਤੇ ਉਹਦੇ ਬਾਰੇ ਤੋਂ ਤੁਸੀਂ ਦੱਸੋ ਵੀ ਕੀ। 15 ਅਪ੍ਰੈਲ ਆ ਮੇਰਾ ਖਿਆਲ, 15 ਅਪ੍ਰੈਲ 15 ਅਪ੍ਰੈਲ ਨੂੰ ਭਾਰਤ ਪੱਧਰ ਤੇ ਜਿਹੜੀਆਂ ਟ੍ਰੇਡ ਯੂਨੀਅਨਾਂ ਹੈਗੀਆਂ, ਵੱਖਰੀਆਂ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ, ਮਜ਼ਦੂਰਾਂ ਦੀਆਂ ਯੂਨੀਅਨਾਂ ਹੈਗੀਆਂ, ਉਹਨਾਂ ਨੇ ਅਸਲ ਵਿੱਚ ਜਿਹੜੇ ਕੰਮ ਦੇ ਘੰਟੇ ਵਧਾਉਣ ਦੀ ਗੱਲ, ਹੋਰ ਜਿਹੜੀਆਂ ਮੁਲਾਜ਼ਮਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਉਹ ਵਾਪਸ ਲੈ ਲੈਣ ਦੀ ਗੱਲ, ਉਹਦੇ ਬਾਰੇ ਪ੍ਰੋਟੈਸਟ ਕਰਨਾ, ਅੰਦੋਲਨ ਸ਼ੁਰੂ ਕਰਨਾ, ਪੂਰੇ ਭਾਰਤ ਪੱਧਰ ਤੇ ਉਹ ਅੰਦੋਲਨ ਹੋਣਾ। ਉਹ 'ਚ ਬੈਂਕਾਂ ਦੇ ਮੁਲਾਜ਼ਮ ਵੀ ਹੋਣਗੇ, ਬੀਮਾ ਕੰਪਨੀ ਦੇ ਮੁਲਾਜ਼ਮ ਵੀ ਹੋਣਗੇ, ਰੇਲਵੇ ਦੇ ਵੀ ਹੋਣਗੇ, ਡਾਕ ਕਰਮਚਾਰੀ ਵੀ ਹੋਣਗੇ, ਉਹਦੇ 'ਚ ਬਾਕੀ ਦੂਸਰੀਆਂ ਜਥੇਬੰਦੀਆਂ ਵੀ ਜਿਵੇਂ ਵਿਲਡਰ, ਟਰਨਰ, ਫਿਟਰ, ਸਾਰੇ ਜਿਹੜੇ ਕਿੱਤਾ ਮੁਖੀ ਧੰਦੇ, ਜਿਨ੍ਹਾਂ ਦਾ ਇਹ ਘੰਟਿਆਂ ਦੇ ਹਿਸਾਬ ਨਾਲ ਕੰਮ ਜਿਹਨਾਂ ਦੇ ਹੁੰਦੇ ਉਹਨਾਂ ਦੇ, ਕਿਉਂਕਿ ਕੰਮ ਕਰਨ ਦੇ ਘੰਟੇ ਜਿਹੜੇ ਆ ਉਹ ਪਹਿਲਾਂ 8 ਹੁੰਦੇ ਸੀਗੇ, 8 ਘੰਟੇ ਦੀ ਦਿਹਾੜੀ ਆਪਾਂ ਕਹਿੰਦੇ 8 ਘੰਟੇ ਦੀ ਦਿਹਾੜੀ। ਉਹ ਦਿਹਾੜੀ ਜਿਹੜੀ ਸੀਗੀ ਉਹ ਹੁਣ ਅਨਲਿਮਿਟਡ ਕਰਤੀ ਹੈ ਜੀ, ਮਾਲਕ ਦੇ ਸਿਰ ਤੇ ਛੱਡਤੀ ਗੱਲ, ਉਹ ਕਦੋਂ ਤੁਹਾਨੂੰ ਸਵੇਰੇ ਸੱਦਦਾ ਤੇ ਕਦੋਂ ਸ਼ਾਮ ਨੂੰ ਤੁਹਾਨੂੰ ਛੱਡਦਾ। ਉਹ ਇਸ ਤਰੀਕੇ ਦੀ ਜਿਹੜੀ ਪ੍ਰਕਿਰਿਆ ਚੱਲੀ ਹੈਗੀ ਆ। ਔਰ ਹੁਣ ਤੱਕ ਟ੍ਰੇਡ ਯੂਨੀਅਨ ਆਵਾਜ਼ ਕਿਉਂ ਨਹੀਂ ਚੱਕ ਸਕੀਆਂ, ਇਹਦਾ ਵੀ ਇੱਕ ਬੜਾ ਵੱਡਾ ਕੁਐਸਚਨ ਆ। ਪਰ ਚਲੋ ਫਿਰ ਵੀ ਦੇਰ ਆਏ ਦਰੁਸਤ ਆਏ, ਉਹਨਾਂ ਨੇ ਕਿਸਾਨਾਂ ਦੇ ਮੋਰਚੇ ਤੋਂ ਉਤਸ਼ਾਹਤ ਹੋ ਕੇ ਇਹ ਗੱਲ ਕੀਤੀ ਹੈ ਕਿ ਅਸੀਂ ਵੀ ਫਾਈਟ ਕਰਨੀ, ਅਸੀਂ ਵੀ ਅੰਦੋਲਨ ਕਰਨਾ। ਔਰ ਇਹਨਾਂ ਨੇ ਕਿਸਾਨ ਮੋਰਚੇ ਨੇ, ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਅਸੀਂ ਜਿਹੜੀਆਂ ਵੀ ਉਹ ਜਥੇਬੰਦੀਆਂ ਭਾਰਤ ਪੱਧਰ ਤੇ ਅੰਦੋਲਨ ਕਰਨ ਜਾ ਰਹੀਆਂ 15 ਅਪ੍ਰੈਲ ਤੋਂ, ਅਸੀਂ ਉਹਨਾਂ ਦੀ ਡਟ ਕੇ ਸਪੋਰਟ ਕਰਾਂਗੇ। ਜਦੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਸਾਰੇ ਇੱਕ ਥਾਂ ਇਕੱਠੇ ਹੋ ਜਾਂਦੇ ਆ ਔਰ ਸਰਕਾਰ ਦੇ ਉੱਤੇ ਵਾਰ ਕਰਦੇ, ਤਿੱਖੇ ਵਾਰ ਕਰਦੇ ਆ, ਪ੍ਰਹਾਰ ਕਰਦੇ ਆ, ਤੇ ਉਦੋਂ ਮੋਰਚਾ ਵੀ ਮਜ਼ਬੂਤ ਹੁੰਦਾ ਤੇ ਜਿਹੜੀਆਂ ਜਥੇਬੰਦੀਆਂ ਦੂਸਰੀਆਂ ਅੰਦੋਲਨ ਕਰਦੀਆਂ, ਭਾਵੇਂ ਉਹਨਾਂ ਦੇ ਆਪਦੇ ਮੁੱਦੇ ਹੈਗੇ, ਉਹ ਵੀ ਮਜ਼ਬੂਤ ਹੁੰਦੇ ਆ। ਇਹਦੇ ਨਾਲ ਇੱਕ ਗੱਲ ਹੋਰ ਜਿਹੜੀ ਨਿਖਰ ਕੇ ਸਾਹਮਣੇ ਆਉਣ ਦੀ ਸੰਭਾਵਨਾ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਨਹੀਂ ਪਤਾ। ਭਾਵੇਂ ਅਸੀਂ ਕਹੀ ਜਾਂਦੇ ਹਾਂ ਕਿ ਇਹ ਮੋਰਚਾ ਜਿਹੜਾ ਵਾ ਉਹ ਹੁਣ ਇਹ ਅੰਦੋਲਨ ਜਿਹੜਾ ਇਹ ਵਿਸ਼ਵ ਵਿਆਪੀ ਹੋ ਗਿਆ, ਪਰ ਅਜੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਸਾਰੇ ਲੋਕਾਂ ਨੂੰ ਨਹੀਂ ਪਤਾ ਹੈਗਾ। ਇਸ 15 ਅਪ੍ਰੈਲ ਵਾਲੀ ਸਟਰਗਲ ਦੇ ਨਾਲ, ਅੰਦੋਲਨ ਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਣਾ ਬਿਲਕੁਲ ਕਿਸਾਨਾਂ ਦੀਆਂ ਮੰਗਾਂ ਕੀ ਆ, ਉਹਨਾਂ ਦੀਆਂ ਮੁਸ਼ਕਲਾਂ ਕੀ ਆ, ਉਹ ਕੀ ਮੰਗਦੇ, ਕੀ ਚਾਹੁੰਦੇ। ਇਹ ਜਦੋਂ ਉੱਥੇ ਕਿਸਾਨ ਜਥੇਬੰਦੀਆਂ ਜਾਣਗੀਆਂ, ਉਹਨਾਂ ਨੂੰ ਮਿਲਣਗੇ, ਉਹਨਾਂ ਦੀਆਂ ਸਟੇਜਾਂ ਤੇ ਬੋਲਣਗੇ, ਉਹਨਾਂ ਤੇ ਦੱਸਣਗੇ ਸਾਡਾ ਕੀ ਪ੍ਰੋਗਰਾਮ ਆ, ਅਸੀਂ ਕਿਉਂ ਲੜਾਈ ਵਿੱਢੀ ਆ, ਅਸੀਂ ਹੁਣ ਤੱਕ ਕੀ ਪ੍ਰਾਪਤੀ ਕਰ ਚੁੱਕੇ ਆ, ਜਾਂ ਕਿੱਦਾਂ ਅਸੀਂ ਇਸ ਅੰਦੋਲਨ ਨੂੰ ਹੁਣ ਤੱਕ ਚਲਾਇਆ, ਇਹ ਗੱਲ ਬੜੀ ਪ੍ਰਭਾਵ ਛੱਡਣ ਵਾਲੀ ਹੈਗੀ ਆ। ਔਰ ਬੜਾ ਵਧੀਆ ਅਸਰ ਇਹਦੇ ਪੈਣਾ ਆ, ਵਧੀਆ ਨਤੀਜੇ ਵੀ ਨਿਕਲਣਗੇ। ਇਸਤਰੀ ਦਿਵਸ ਤੇ ਲੱਗ ਰਿਹਾ ਕਿ ਉਸ ਦਿਨ ਵੀ, ਜਿਵੇਂ ਉਸ ਦਿਨ ਤੁਸੀਂ ਦੇਖਿਆ ਹੋ ਕਿ ਨੌਜਵਾਨਾਂ ਨੂੰ ਸਟੇਜ ਦੇਤੀ ਸੀ ਉਹਨਾਂ ਨੇ 26 ਤਰੀਕ ਨੂੰ, ਤੇ ਹੋ ਸਕਦਾ ਵੀ ਇਹ ਜਿਹੜਾ ਮਨਾ ਰਹੇ ਹੈਗੇ ਆ ਇਸਤਰੀ ਦਿਵਸ 8 ਤਰੀਕ ਨੂੰ, ਉਸ ਦਿਨ ਵੀ ਤੁਹਾਨੂੰ ਲੱਗ ਰਿਹਾ ਕਿ ਸਾਰੀ ਦੀ ਸਾਰੀ ਸਟੇਜ ਆ ਜਿਹੜੀ ਉਹ ਔਰਤਾਂ ਨੂੰ ਦਿੱਤੀ ਜਾਊਗੀ। ਮੈਂ ਪਹਿਲਾਂ ਦੱਸ ਚੁੱਕਾ ਜੀ ਤੁਹਾਨੂੰ, 8 ਮਾਰਚ ਨੂੰ ਜਿਹੜਾ ਇੰਟਰਨੈਸ਼ਨਲ ਵੂਮਨ ਡੇ ਹੈਗਾ, ਉਹਦੇ ਤੇ ਸਾਰੀਆਂ ਸਟੇਜਾਂ ਦੀ ਕਾਰਵਾਈ ਜਿਹੜੀ ਆ ਉਹ ਔਰਤਾਂ ਨੇ ਹੀ ਕਰਨੀ ਹੈ, ਔਰ ਔਰਤਾਂ ਦੇ ਸੰਬੰਧ ਵਿੱਚ ਹੀ ਉੱਥੇ ਗੱਲ ਕੀਤੀ ਜਾਣੀ। ਜੀ MP ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਜੇ ਕੋਈ ਚਰਚਾ ਰਹਿ ਗਈ ਹੋਵੇ, ਤੁਹਾਡੇ ਮਨ 'ਚ ਕੋਈ ਗੱਲ ਹੈਗੀ ਹੈ ਤਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ। ਇੱਕ ਗੱਲ ਮੈਂ ਜਿਹੜੀ ਹੋਰ ਵਿੱਚ ਜੋੜਨੀ ਚਾਹੁੰਦਾ ਜੀ, ਉਹ ਇਹ ਆ ਕਿ ਦੇਸ਼ ਦੀ ਹਾਲਤ, ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਤੁਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਡੀਜ਼ਲ ਦੇ, ਪੈਟਰੋਲ ਦੇ ਭਾਅ ਕਿੱਥੋਂ ਤੱਕ ਵੱਧ ਗਏ ਹੈਗੇ ਆ। ਹਰਿਆਣੇ ਦੇ ਕੁਝ ਕਿਸਾਨਾਂ ਨੇ ਐਲਾਨ ਕੀਤਾ ਸੀ, ਭਾਵੇਂ ਸੰਯੁਕਤ ਕਿਸਾਨ ਮੋਰਚੇ ਨੇ ਉਸ ਗੱਲ ਨੂੰ ਓਨ ਨਹੀਂ ਕੀਤਾ, ਉਹਨੂੰ ਹੇਲ ਵੀ ਨਹੀਂ ਕੀਤਾ, ਉਹਦੀ ਸਪੋਰਟ ਵੀ ਨਹੀਂ ਕੀਤੀ, ਪਰ ਕਿਸਾਨਾਂ ਦੇ ਵਿੱਚ ਰੋਹ ਹੈ ਕਿ ਜੇ ਸਾਨੂੰ ਡੀਜ਼ਲ ਇਸ ਭਾਅ ਮਿਲਣਾ, ਪੈਟਰੋਲ 100 ਰੁਪਏ ਨੂੰ ਲੀਟਰ ਮਿਲਣਾ ਵਾ, ਤੇ ਸਾਡਾ ਦੁੱਧ ਵੀ 100 ਰੁਪਏ ਲੀਟਰ ਨਹੀਂ ਹੋਊਗਾ। ਔਰ ਇਹਦੇ ਨਾਲ ਇੱਕ ਫਰਕ ਕੀ ਪਿਆ ਹੈਗਾ ਕਿ ਦੁੱਧ ਦੀ ਕਿੱਲਤ ਆਉਣ ਲੱਗ ਗਈ। ਹਾਲਾਂਕਿ ਕਿਸਾਨ ਮੋਰਚੇ ਨੇ ਇਸ ਗੱਲ ਤੋਂ ਪੈਰ ਪਿਛਾਂਹ ਖਿੱਚ ਲਏ, ਉਹਨਾਂ ਨੇ ਇਹਦੀ ਸਪੋਰਟ ਨਹੀਂ ਕੀਤੀ, ਇਹਦੇ ਬਾਵਜੂਦ ਦੁੱਧ ਦੀ ਕਿੱਲਤ ਉੱਥੇ ਵੱਖਰੇ ਵੱਖਰੇ ਸੂਬਿਆਂ ਵਿੱਚ ਆਈ ਹੈ। ਔਰ ਦੂਜੀ ਇਹਦੇ ਨਾਲ ਜੁੜਦੀ ਗੱਲ ਜਿਹੜੀ ਹੈ ਕਿ ਬਹੁਤ ਉੱਘਾ ਅਰਥ ਸ਼ਾਸਤਰੀ ਹੋਇਆ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਜਿਹਨੂੰ ਵਿਸ਼ਵ ਪੱਧਰ ਤੇ ਇਸ ਗੱਲੋਂ ਮਾਨਤਾ ਹੈਗੀ ਆ। ਭਾਵੇਂ ਉਹਨਾਂ ਨੇ ਵੀ ਜਿਹੜੇ
ਕੁਝ ਕੰਮ ਇਦਾਂ ਦੇ ਕੀਤੇ ਹੈਗੇ ਜਿਹੜੇ ਮੋਦੀ ਹੁਣ ਕਰ ਰਿਹਾ, ਉਹ ਇਹ ਮਤਲਬ ਫਾਹ ਸੁੱਟਾ ਮਾਰਦੇ ਹੈਗੇ ਆ। ਤੇ ਉਹਨਾਂ ਨੇ ਨਹੀਂ ਇਦਾਂ ਕੀਤੀ, ਉਹਨਾਂ ਨੇ ਜਿੱਦਾਂ GST ਵਾਲਾ ਮਸਲਾ ਸੀ ਭਾਵੇਂ ਲਿਆਂਦਾ ਉਹਨਾਂ ਨੇ ਹੀ ਸੀਗਾ, ਤੇ ਪਰ ਉਹਨਾਂ ਨੇ ਦੇਖਿਆ ਕਿ ਇਹਦੇ ਨਾਲ ਸਾਡੇ ਦੇਸ਼ ਦੇ ਵਪਾਰ ਨੂੰ ਬੜਾ ਭੈੜਾ ਸਮਾਂ ਵੇਖਣਾ ਪੈ ਸਕਦਾ, ਤੇ ਉਹਨਾਂ ਨੇ ਇਹ ਤੋਂ ਆਪਣਾ ਹੱਥ ਪਿਛਾਂਹ ਖਿੱਚ ਲਿਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਆ ਕਿ GST ਨੂੰ ਕਾਲ 'ਚ ਲਾਗੂ ਕਰਨ ਦੀ ਗੱਲ, ਨੋਟਬੰਦੀ ਕਰਨ ਦੀ ਗੱਲ, ਬੈਂਕਾਂ ਦਾ ਵਿੱਚ ਜੋ ਰਿਜ਼ਰਵ ਬੈਂਕ ਦਾ ਹਾਲ ਕਰਤਾ ਹੈਗਾ, ਜਾਂ ਉਹ ਬੈਂਕਾਂ ਦਾ ਨਿੱਜੀਕਰਨ ਵਾਲੇ ਪਾਸੇ ਵਧਿਆ ਜਾ ਰਿਹਾ, ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਰਕਾਰੀ ਸੰਸਥਾਵਾਂ, ਸਰਕਾਰੀ ਜਿਹੜੀਆਂ ਹੈਗੀਆਂ ਆਰਗੇਨਾਈਜੇਸ਼ਨਸ, ਉਹਨਾਂ ਨੂੰ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ, ਸਰਕਾਰੀ ਜ਼ਮੀਨਾਂ ਨੂੰ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਦੇਸ਼ ਦੇ ਲਈ ਬੜੀ ਘਾਤਕ ਹੈਗੀ ਜੀ, ਬਿਲਕੁਲ। ਔਰ ਡਾਕਟਰ ਮਨਮੋਹਨ ਸਿੰਘ ਬਾਰੇ ਇੱਕ ਗੱਲ ਬੜੀ ਸਪਸ਼ਟ ਹੈ ਜੀ, ਉਹ ਕਹਿੰਦੇ ਜੀ ਉਹਨਾਂ ਬਾਰੇ ਇਹ ਆ ਕਿ ਉਹ ਆਮ ਤੌਰ 'ਤੇ ਹੁੰਦਾ ਕਿ ਇਹ ਜਦੋਂ ਮੋਦੀ ਸਾਹਿਬ ਵੀ ਇਲੈਕਸ਼ਨ 'ਚ ਕੰਪੇਨ ਦੇ ਵਿੱਚ ਹੁੰਦੇ ਸੀਗੇ ਤੇ ਕਹਿੰਦੇ ਸੀਗੇ ਕਿ ਇਹ ਮਨਮੋਹਨ ਸਿੰਘ ਬੋਲਦਾ ਨਹੀਂ, ਠੀਕ ਹੈ ਜੀ, ਤੇ ਇਹਦੇ ਨੱਕ ਹੇਠ ਸਾਰਾ ਕੁਝ ਹੀ ਹੁੰਦਾ, ਇਹਨੇ ਆਪ ਤਾਂ ਬੇਸ਼ੱਕ ਨਹੀਂ ਖਾਧਾ, ਆਪ ਇਮਾਨਦਾਰੀ ਹੈਗੀ ਆ, ਪਰ ਦੂਜੇ ਜਿਹੜੇ ਖਾਂਦੇ ਸੀ ਉਹਨਾਂ ਨੂੰ ਰੋਕਿਆ ਵੀ ਨਹੀਂ, ਠੀਕ ਹੈ ਜੀ, ਕਿਉਂਕਿ ਉਹ ਸਰਕਾਰ ਜਿਹੜੀ ਸੀ ਮਨਮੋਹਨ ਸਿੰਘ ਹੋਰਾਂ ਵਾਲੀ, ਉਹ ਭਾਂਤ ਦੀ ਲੱਕੜੀ ਇਕੱਠੀ ਹੋਈ ਸੀਗੀ। ਉਸ ਸਰਕਾਰ ਨੂੰ ਚਲਾਉਣਾ ਤੇ ਸਾਂਭਣਾ ਬੜਾ ਔਖਾ ਸੀ। ਮਨਮੋਹਨ ਸਿੰਘ 2 ਵਾਰੀ 2 ਟਰਮਾਂ ਕੱਢ ਗਏ, ਇਹ ਸ਼ਾਇਦ ਬੜੀ ਵੱਡੀ ਉਹਨਾਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਹੁਣ ਇਹ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ, ਇਕਨੋਮੀ ਦਾ ਐਨਾਲਿਸਿਸ ਕੀਤਾ ਔਰ ਕਿਹਾ ਕਿ ਜਿਸ ਢੰਗ ਨਾਲ ਇਹ ਹੁਣ ਦੀ ਸਰਕਾਰ ਨੇ, ਮੋਦੀ ਸਰਕਾਰ ਨੇ ਦੇਸ਼ ਨੂੰ ਗਹਿਣੇ ਪਾਉਣ ਤੇ ਇੱਥੋਂ ਦੀ ਆਰਥਿਕਤਾ ਨੂੰ ਤਹਿਸ-ਨਹਿਸ ਕਰਨ ਦਾ ਜਿਹੜਾ ਬੀੜਾ ਚੁੱਕਿਆ ਹੋਇਆ, ਇਹ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਨੁਕਸਾਨ ਕਰੂਗਾ। ਇਹਨੂੰ ਸੰਭਲਣ ਦੀ ਲੋੜ ਹੈ। ਜੇ ਅੱਜ ਨਹੀਂ ਸੰਭਲੇ ਤੇ ਆਉਣ ਵਾਲੇ ਦਿਨ ਬਹੁਤ ਮਾੜੇ ਹੋ ਸਕਦੇ ਆ, ਕਿਉਂਕਿ ਵਰਲਡ ਬੈਂਕ ਨੇ ਵੀ ਔਰ ਇੰਟਰਨੈਸ਼ਨਲ ਮੋਨੀਟਰਿੰਗ ਫੰਡ ਵਾਲੇ ਵੀ, ਉਹਨਾਂ ਨੇ ਵੀ ਹੱਥ ਖੜੇ ਕਰਤੇ ਆ ਕਿ ਅਸੀਂ ਇਹ ਤੋਂ ਵੱਧ ਕਰਜ਼ੇ ਤੁਹਾਨੂੰ ਨਹੀਂ ਦੇ ਸਕਦੇ, ਠੀਕ ਹੈ ਜੀ। ਤੁਸੀਂ ਆਪਣੇ ਤੇ ਆਪਣੀ ਇਕਨੋਮੀ ਤੇ ਕੰਟਰੋਲ ਨਹੀਂ ਕਰਦੇ ਹੈਗੇ, ਤੁਸੀਂ ਵਰਲਡ ਬੈਂਕ ਦੀਆਂ ਹਦਾਇਤਾਂ ਨਹੀਂ ਮੰਨਦੇ। ਹਾਲਾਂਕਿ ਵਰਲਡ ਬੈਂਕ ਦੀਆਂ ਹਦਾਇਤਾਂ ਜਿਹੜੀਆਂ ਵਾ ਉਹ ਜੇ ਕਿਸਾਨਾਂ ਦੇ ਮਸਲੇ ਤੋਂ ਦੇਖੀਆਂ ਜਾਣ, ਉਹਨਾਂ ਦੇ ਐਂਗਲ ਤੋਂ ਦੇਖੀਆਂ ਜਾਣ ਤੇ ਉਹ ਮਾੜੀਆਂ ਹੀ ਆ, ਪਰ ਫਿਰ ਵੀ ਕਿਉਂਕਿ ਵਰਲਡ ਬੈਂਕ ਦੀਆਂ ਹਦਾਇਤਾਂ ਪੂਰੇ ਵਰਲਡ ਤੇ ਲਾਗੂ ਹੁੰਦੀਆਂ, ਤੇ ਉਹਨਾਂ ਨੇ ਇਹ ਗੱਲ ਚਿੰਤਾ ਜ਼ਾਹਰ ਕੀਤੀ ਹੈਗੀ ਕਿ ਤੁਸੀਂ ਉਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਪਏ, ਜਾਂ ਤੁਸੀਂ ਉਹਨਾਂ ਦੇ ਮੁਤਾਬਕ ਨਹੀਂ ਚੱਲਦੇ ਪਏ, ਜਾਂ ਉਹਨਾਂ ਕੋਲੋਂ ਤੁਸੀਂ ਅਰਬਾਂ ਖਰਬਾਂ ਡਾਲਰ ਕਰਜ਼ਾ ਲਈ ਜਾਂਦੇ ਆ। ਜਿਸ ਤਰੀਕੇ ਨਾਲ ਦੇਸ਼ ਨੂੰ ਕਰਜ਼ਾਈ ਕਰਤਾ, ਜਿਸ ਤਰੀਕੇ ਨਾਲ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਤਾ, ਆਉਣ ਵਾਲੇ ਦਿਨ ਬਹੁਤ ਮਾੜੇ ਹੋਣਗੇ ਜੀ। ਇੱਕ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਸੀ। ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਬਜਟ ਸੈਸ਼ਨ ਚੱਲ ਰਿਹਾ, ਉਸ ਬਜਟ ਸੈਸ਼ਨ ਦੇ ਵਿੱਚ ਆਪੋਜੀਸ਼ਨ ਪਾਰਟੀ ਨੇ ਮੰਗ ਕੀਤੀ ਹੈ ਕਿ ਘੱਟੋ ਘੱਟ 2 ਦਿਨ ਜਿਹੜੇ ਆ ਉਹ ਕਿਸਾਨਾਂ ਦੀ ਮੂਵਮੈਂਟ, ਕਿਸਾਨਾਂ ਦੇ ਅੰਦੋਲਨ ਦੇ ਉੱਤੇ ਗੱਲਬਾਤ ਕਰਨ ਵਾਸਤੇ ਰਾਖਵੇਂ ਰੱਖੇ ਜਾਣ। ਉਹ ਇਸ ਗੱਲ ਨੂੰ ਸਪੀਕਰ ਸਾਹਿਬ ਮੰਨਦੇ ਆ ਕਿ ਨਹੀਂ ਮੰਨਦੇ ਮੈਨੂੰ ਪਤਾ ਨਹੀਂ, ਪਰ ਪਿਛਲੇ ਵਾਰੀ ਕਿਸਾਨਾਂ ਦੇ ਸੰਬੰਧ ਵਿੱਚ ਜਿਹੜੇ 3 ਕਾਨੂੰਨ ਪਾਸ ਕੀਤੇ ਗਏ ਸੀ, ਉਹਨਾਂ ਦੇ ਖਿਲਾਫ ਸਾਰੀਆਂ ਪਾਰਟੀਆਂ, BJP ਤੋਂ ਬਿਨਾਂ ਸਾਰੀਆਂ ਪਾਰਟੀਆਂ ਇਕਜੁੱਟ ਸੀਗੀਆਂ। ਜੇ ਹੁਣ ਵੀ ਇਸ ਮੁੱਦੇ ਤੇ ਇਸ ਸੈਸ਼ਨ ਵਿੱਚ ਵੀ, ਬਜਟ ਸੈਸ਼ਨ ਦੇ ਵਿੱਚ ਵੀ, ਜੇ ਇਕਜੁੱਟਤਾ ਦੇ ਨਾਲ ਇਸ ਗੱਲ ਤੇ ਚਰਚਾ ਹੁੰਦੀ ਹੈ ਤੇ ਇਹ ਲਾਹੇਬੰਦੀ ਹੋ ਸਕਦੀ ਹੈ, ਪਰ ਕੋਈ ਵੀ ਪਾਰਟੀ ਜਿਹੜੀ ਘੱਟ ਨਹੀਂ, ਸਾਰੀਆਂ ਜਿਹੜੀ ਆਪੋ ਆਪਣੇ ਰੋਟੀਆਂ ਸੇਕਣ ਦੇ ਚੱਕਰ 'ਚ ਹੈਗੀਆਂ, ਔਰ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਵੇਂ ਵਿਸ਼ੇ, ਨਵੇਂ ਮੁੱਦਿਆਂ ਦੇ ਨਾਲ ਫਿਰ ਆਪਾਂ ਚਰਚਾ ਕਰਾਂਗੇ ਇਸੇ ਹੀ ਪਲੇਟਫਾਰਮ ਤੇ। ਤਦ ਤੱਕ ਦੇ ਲਈ ਤੁਸੀਂ ਸਾਨੂੰ ਆਗਿਆ ਦਿਓ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਇਹ ਸਨ ਸਰਦਾਰ MP ਸਿੰਘ ਜੀ। ਜੇਕਰ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਦਾ ਹੈ ਤਾਂ ਇਹਨੂੰ ਅੱਗੇ ਤੋਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਕਮੈਂਟ ਦੇ ਰੂਪ ਵਿੱਚ ਆਪਣੇ ਤੁਸੀਂ ਸੁਝਾਅ ਸਾਨੂੰ ਭੇਜ ਸਕਦੇ ਹੋ, ਲਾਈਕ ਕਰ ਦਿਆ ਕਰੋ ਸਾਡੀਆਂ ਵੀਡੀਓਜ਼ ਨੂੰ। ਨਵਾਂ ਮੁੱਦਾ ਲੈ ਕੇ ਅਸੀਂ ਫਿਰ ਕੋਈ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਸਾਡੀ ਸਾਰੀ ਟੀਮ ਨੂੰ ਤੁਸੀਂ ਆਗਿਆ ਦਿਓ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।